ਕਈ ਬੱਚਿਆਂ ਨੂੰ ਕੁੱਟਿਆ ਵੀ ਜਾਂਦਾ ਹੈ, ਖਾਸ ਕਰ ਸ਼ਹਿਰਾਂ 'ਚ ਤੇ ਘਟ ਗਿਆ ਪਰ ਪਿੰਡਾਂ ਦੇ ਅੰਦਰ ਜਿਹੜਾ ਹੈਗਾ ਅੱਜ ਵੀ ਬੱਚਿਆਂ ਨੂੰ ਕੁੱਟਿਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਜਾਂਦਾ ਹੈ ਔਰ ਇਸ ਦੇ ਜਿਹੜੇ ਕੌਨਸੀਕੁਐਂਸਸ ਨੇ ਉਹ ਕਾਫੀ ਖਤਰਨਾਕ ਹੋ ਸਕਦੇ ਨੇ, ਕਾਫੀ ਖਰਾਬ ਹੋ ਸਕਦੇ ਨੇ। ਨਾ ਕਿ ਉਹਨਾਂ ਨੂੰ ਕੁੱਟ ਮਾਰ ਕੇ ਜਾਂ ਉਹਨਾਂ ਨੂੰ ਡਾਂਟ ਕੇ ਜਾਂ ਉਹਨਾਂ ਦੀਆਂ ਸ਼ਰਾਰਤਾਂ ਨੂੰ ਜਿਹੜਾ ਹੈਗਾ ਉਹ ਉਸ ਚੀਜ਼ ਨੂੰ ਇੰਨਾ ਪ੍ਰਤਾੜਿਤ ਕੀਤਾ ਜਾਏ ਕਿ ਉਹ ਬੱਚੇ ਜਿਹੜੇ ਹੈਗੇ ਤੁਹਾਡੇ ਅਗੇਂਸਟ ਕੱਲ੍ਹ ਨੂੰ ਹੋ ਜਾਣ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਠੀਕ ਨਹੀਂ ਹੁੰਦੀ, ਇਹ ਚੀਜ਼ ਇਨਕਰੇਜ ਕਰਨ ਵਾਲੀ ਵੀ ਨਹੀਂ ਹੈਗੀ। ਇਹ ਚੀਜ਼ ਨਹੀਂ ਕਿ ਇਹਦੇ ਉੱਤੇ ਇਕੱਲਾ ਬੱਚੇ ਦੀ ਸਮਝ ਲਓ ਗਰੋਥ ਦੇ ਉੱਤੇ ਜਾਂ ਹੋਰ ਚੀਜ਼ਾਂ 'ਤੇ ਫਰਕ ਪੈਂਦਾ ਹੈ, ਹਰ ਚੀਜ਼ ਦੇ ਉੱਤੇ ਇਫੈਕਟ ਆਉਂਦਾ ਬੱਚਿਆਂ ਦੀ। ਹਰ ਚੀਜ਼ ਦੇ ਅੰਦਰ ਬੱਚੇ ਦੀ ਫਿਜ਼ੀਕਲ ਗਰੋਥ ਵੀ ਹੈ, ਬੱਚੇ ਦੀ ਮੈਂਟਲ ਗਰੋਥ ਵੀ ਹੈ, ਬੱਚੇ ਦੀ ਸਾਈਕੋਲੋਜੀਕਲ ਗਰੋਥ ਵੀ ਹੈ, ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ भी हैगी है। D4U न्यूज़ देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। बच्चे शरारती होते हैं, अगर बच्चे शरारत नहीं करेंगे तो कौन करेगा। कई बार बच्चों की शरारत को लेकर या उनके और से पढ़ाई की तरफ ध्यान न देने पर माता पिता बच्चों पर हाथ उठा देते हैं, उनकी पिटाई करते हैं। ये उनके लिए बहुत ही घातक हो सकता है। आपको शायद पता नहीं, कुछ ऐसे देश हैं जिनकी ओर से पूर्ण तरह से प्रतिबंध लगाया जा चुका है कि आप बच्चों को मार नहीं सकते हैं, और यदि आप मारते हैं तो बच्चे को खरोच तक नहीं आनी चाहिए। वैसे तो भारत में भी एक बहुत अच्छा कदम उठाया कि स्कूलों में बच्चों की पिटाई पर रोक लगा दी गई है, लेकिन फिर भी कई मामले ऐसे आते हैं जहां बच्चों को शरारत करने पर पिटाई उनकी हो जाती है। हमारे साथ हैं शहर के जाने माने जो मनोरोग विशेषज्ञ हैं डॉक्टर हरजोत सिंह मक्कड़। उनसे बात करते हैं। ये अपना यहाँ पर एक बहुत अच्छा क्लिनिक भी चला रहे हैं, डॉक्टर हरजोत सिंह न्यूरो साइकेट्रिक सेंटर एंड हॉस्पिटल। इनसे बात करते हैं कि आखिरकार बच्चों की जो पिटाई करते हैं लोग, वो उनके भविष्य पर क्या असर डालती है। सत श्री अकाल डॉक्टर साहब। सारे D4 न्यूज़ चैनल से ਤੁਹਾਡਾ ਡਾਕਟਰ ਸਵਾਗਤ ਹੈ। ਤੇ ਡਾਕਟਰ ਸਾਹਿਬ, ਬੱਚਿਆਂ ਦੀ ਪਿਟਾਈ ਇਹ ਬੜਾ ਅਹਿਮ ਵਿਸ਼ਾ ਹੈ। ਬੱਚੇ ਸ਼ਰਾਰਤ ਨਹੀਂ ਕਰਨਗੇ ਤੇ ਕੌਣ ਕਰੇਗਾ। ਤੇ ਕਈ ਵਾਰ ਦੇਖਿਆ ਜਾਂਦਾ, ਤੁਹਾਡੇ ਕੋਲ ਵੀ ਕੇਸਿਸ ਆਏ ਹੋਣੇ ਆ ਵੀ ਬੱਚਿਆਂ ਦੀ ਪਿਟਾਈ ਕਰਤੀ ਜਾਂਦੀ ਹੈ ਤੇ ਉਹਦਾ ਬੱਚੇ ਦੀ ਪਿਟਾਈ ਕਰਨ ਦਾ ਉਹਦੇ ਭਵਿੱਖ ਤੇ ਉਹਦੇ ਮਾਨਸਿਕ ਉਹਦੇ ਸਰੀਰਕ ਤੇ ਕੀ ਪ੍ਰਭਾਵ ਪੈਂਦਾ, ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਨੂੰ ਦੱਸੋ। ਸਭ ਤੋਂ ਪਹਿਲਾਂ ਥੈਂਕ ਯੂ ਭੰਡਾਰੀ ਜੀ, ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਇਸ ਟੌਪਿਕ 'ਤੇ ਗੱਲ ਕਰਨ ਦੇ ਲਈ। ਸੋ ਇਹਦੇ ਅੰਦਰ ਕੀ ਹੈ ਕਿ ਬੱਚਿਆਂ ਦੇ ਅੰਦਰ ਕੁਝ ਪ੍ਰੋਬਲਮਸ ਜਿਹੜੀਆਂ ਹੈਗੀਆਂ, ਖਾਸ ਕਰ ਹੁਣ ਪਿਛਲੇ 1.5 ਸਾਲ ਤੋਂ ਜਿਹੜੀਆਂ ਬੱਚਿਆਂ ਨੂੰ ਪੇਰੈਂਟਸ ਨੂੰ ਬਹੁਤ ਜ਼ਿਆਦਾ ਫੇਸ ਕਰਨੀਆਂ ਪੈ ਰਹੀਆਂ, ਕਿਉਂਕਿ ਬੱਚੇ ਘਰ ਹੀ ਪੜ੍ਹਾਈ ਕਰ ਰਹੇ ਨੇ ਔਰ ਉਹਨਾਂ ਦੀਆਂ ਆਨਲਾਈਨ ਕਲਾਸਿਸ ਸਕੂਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਸੋ ਇਹਦੇ ਅੰਦਰ ਕੁਝ ਜਿਹੜੇ ਡਿਸਆਰਡਰਸ ਨੇ, ਜਿਵੇਂ ਸਮਝ ਲਓ ਕਿ ADHD ਹੈ ਜਾਂ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਹੈਗਾ, ਜਾਂ ਸਮਝ ਲਓ ਆਟਿਜ਼ਮ ਡਿਸਆਰਡਰ ਹੈਗਾ, ਜਾਂ ਸਲੋ ਲਰਨਰਸ ਹੈਗੇ ਨੇ ਬੱਚੇ। ਸੋ ਇਹ ਜਿਹੜੇ ਸਾਰੇ ਕਿਸਮ ਦੇ ਬੱਚੇ ਨੇ, ਇਹਨਾਂ ਦੇ ਅੰਦਰ ਸਲੋ ਲਰਨਿੰਗ ਜਾਂ ਲਰਨਿੰਗ ਡਿਸਆਰਡਰਸ, ਇਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਬੱਚਿਆਂ ਦੇ ਅੰਦਰ ਆ ਜਾਂਦੀਆਂ ਹੈਗੀਆਂ। ਮੋਰ ਓਵਰ ਘਰ ਰਿਆਂ ਨੂੰ ਕਰਕੇ, ਬੋਰ ਹੋਣ ਕਰਕੇ ਬੱਚੇ ਜਿਹੜੇ ਹੈਗੇ ਕਈ ਵਾਰੀ ਚੀਜ਼ਾਂ ਨੂੰ ਨਹੀਂ ਗ੍ਰੈਸਪ ਕਰ ਪਾਉਂਦੇ ਜੋ ਕਿ ਆਨਲਾਈਨ ਦਿੱਤੀਆਂ ਜਾਂਦੀਆਂ, ਔਰ ਇਹਦੇ ਅੰਦਰ ਕੁਐਸਚਨਿੰਗ ਕਰਨ ਦਾ, ਟੀਚਰਸ ਦੇ ਨਾਲ ਇੰਟਰੈਕਟ ਕਰਨ ਦਾ ਮੌਕਾ ਵੀ ਬਹੁਤ ਘੱਟ ਮਿਲਦਾ, ਕਿਉਂਕਿ ਕਲਾਸਿਸ ਬਹੁਤ ਸ਼ਾਰਟ ਡਿਊਰੇਸ਼ਨ ਔਰ ਆਨਲਾਈਨ ਹੈਗੀਆਂ, ਜਿਹਦੇ ਅੰਦਰ ਬੱਚਿਆਂ ਸਾਰਿਆਂ ਨੇ ਆਪਣੇ ਸਵਾਲ ਵੀ ਪੁੱਛਣੇ ਨੇ, ਟੀਚਰ ਨੇ ਟੀਚ ਵੀ ਕਰਨਾ ਹੈਗਾ। ਸੋ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਬੱਚਿਆਂ ਦੇ ਅੰਦਰ ਕਾਮਨਲੀ ਅੱਜ ਕੱਲ੍ਹ ਆ ਰਹੀਆਂ ਨੇ। ਬੜੇ ਬੱਚੇ ਸਾਡੇ ਕੋਲ ਔਰ ਬੜੇ ਪੇਰੈਂਟਸ ਸਾਡੇ ਕੋਲ ਇਹਨਾਂ ਚੀਜ਼ਾਂ ਨਾਲ ਆ ਰਹੇ ਨੇ ਕਿ ਬੱਚੇ ਜਿੱਦੀ ਹੋ ਗਏ ਨੇ, ਬੱਚੇ ਚਿੜਚਿੜੇ ਹੋ ਗਏ ਨੇ, ਬੱਚੇ ਗੱਲ ਨਹੀਂ ਸੁਣ ਰਹੇ, ਜਾਂ ਬੱਚਿਆਂ ਦੇ ਅੰਦਰ ਲਰਨਿੰਗ ਜਿਹੜੀ ਹੈ ਉਹ ਸਲੋ ਹੋ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਅੰਦਰ ਬੱਚੇ, ਕਈ ਪੇਰੈਂਟਸ ਜਿਹੜੇ ਹੈਗੇ ਬੱਚਿਆਂ 'ਤੇ ਹੱਥ ਵੀ ਚੁੱਕ ਦਿੰਦੇ ਨੇ। ਪੁਰਾਣੇ ਜ਼ਮਾਨੇ ਦੇ ਅੰਦਰ ਜਦੋਂ ਅਸੀਂ ਛੋਟੇ ਸੀਗੇ ਤਾਂ ਇਹ ਤਾਂ ਬੜੀ ਕਾਮਨ ਚੀਜ਼ ਸੀਗੀ ਕਿ ਪੇਰੈਂਟਸ ਵੱਲੋਂ ਸਲੈਪ ਕਰ ਦਿੱਤਾ ਜਾਣਾ ਜਾਂ ਕੁੱਟਮਾਰ ਕਰ ਦਿੱਤੀ ਜਾਣੀ। ਉਸ ਟਾਈਮ 'ਤੇ ਇੰਗਲਿਸ਼ ਦੇ ਅੰਦਰ ਕਹਾਵਤਾਂ ਵੀ ਸੀਗੀਆਂ ਕਿ ਸਪੇਅਰ ਦ ਰੋਡ ਐਂਡ ਸਪੋਇਲ ਦ ਚਾਈਲਡ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਬਹੁਤ ਕਾਮਨ ਸੀ ਪੁਰਾਣੇ ਜ਼ਮਾਨੇ ਦੇ ਅੰਦਰ। ਹੁਣ ਅੱਜ ਕੱਲ੍ਹ ਜਿਹੜਾ ਸਿਸਟਮ ਹੈਗਾ ਆਫ ਟੀਚਿੰਗ ਜਿਹੜਾ ਹੈਗਾ ਔਰ ਲਰਨਿੰਗ ਹੈਗਾ, ਦੈਟ ਇਜ਼ ਮੋਰ ਬੇਸਡ ਔਨ ਮੋਟੀਵੇਸ਼ਨ ਆਫ ਦੀ ਚਿਲਡਰਨ। ਮੋਟੀਵੇਸ਼ਨ ਯਾਨੀ ਕਿ ਬੱਚਿਆਂ ਦੇ ਅੰਦਰ ਉਤਸ਼ਾਹ ਪੈਦਾ ਕਰਨਾ ਤਾਂ ਕਿ ਉਹ ਖੁਦ ਪੜ੍ਹਾਈ ਜਿਹੜੀ ਹੈਗੀ ਹੈ ਔਰ ਲਰਨਿੰਗ ਜਿਹੜੀ ਹੈਗੀ ਆ ਉਹ ਕਰ ਸਕਣ। ਔਰ ਇਸ ਦੇ ਨਾਲ ਨਾਲ ਹੀ, ਕਿਉਂਕਿ ਹੁਣ ਇਹ ਬਿਮਾਰੀਆਂ ਬਾਰੇ ਲੋਕਾਂ ਨੂੰ ਸਮਝ ਬਹੁਤ ਅੱਛੀ ਆ ਗਈ ਹੈ, ਮੈਂ ਵੇਖਿਆ ਕਿ ਈਵਨ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਬਿਮਾਰੀਆਂ ਨੂੰ ਸਮਝਣ ਲੱਗ ਪਏ ਨੇ, ਜਿਸ ਤਰ੍ਹਾਂ ਲਰਨਿੰਗ ਡਿਸਆਰਡਰ ਹੈਗਾ ਜਾਂ ਲੋ ਇੰਟੈਲੀਜੈਂਸ ਹੈਗੀ ਹੈ
ਜਾਂ ADHD ਹੈਗੀ ਹੈ ਜਾਂ ਔਟਿਜ਼ਮ ਹੈਗੀ ਹੈ, ਜਿਹੜੀਆਂ ਬੱਚਿਆਂ ਦੀਆਂ ਬਿਮਾਰੀਆਂ ਨੇ, ਜਾਂ ਸਟੈਮਰਿੰਗ ਜਾਂ ਸਟਟਰਿੰਗ ਹੋ ਗਈ, ਜਾਂ ਐਨਿਊਰੈਸਿਸ ਹੈ ਜਿਹੜੀ ਪਿਸ਼ਾਬ ਬੈੱਡ ਤੇ ਕਰ ਦੇਣਾ ਕਈ ਬੱਚੇ ਜਿਹੜੇ ਕਰਦੇ ਨੇ। ਸੋ ਪੇਰੈਂਟਸ ਨੂੰ ਕਾਫੀ ਜਿਹੜੀ ਨੌਲੇਜ ਹੈ, ਲੋਕਾਂ ਨੂੰ ਈਵਨ ਪਿੰਡਾਂ ਦੇ ਅੰਦਰ, ਸਬ ਅਰਬਨ ਏਰੀਆਜ਼ ਦੇ ਅੰਦਰ ਲੋਕਾਂ ਨੂੰ ਕਾਫੀ ਨੌਲੇਜ ਇਹਨਾਂ ਚੀਜ਼ਾਂ ਬਾਰੇ ਆ ਗਈ ਹੈ। ਔਰ ਇਹਨਾਂ ਜਿਹੜੀ ਨੌਲੇਜ ਹੋਣ ਕਰਕੇ ਪੇਰੈਂਟਸ ਕਈ ਸਾਡੇ ਕੋਲ ਜਿਹੜਾ ਹੈਗਾ ਬੱਚਿਆਂ ਦੇ ਟ੍ਰੀਟਮੈਂਟ ਵਾਸਤੇ ਸਾਡੇ ਕੋਲ ਆਉਂਦੇ ਨੇ। ਇਸ ਦੇ ਨਾਲ ਇਸ ਦੇ ਉਲਟ ਵੀ ਹੈਗਾ। ਇਸ ਦੇ ਉਲਟ ਇਹ ਹੈਗਾ ਕਿ ਕਈ ਬੱਚਿਆਂ ਨੂੰ ਕੁੱਟਿਆ ਵੀ ਜਾਂਦਾ, ਖਾਸ ਕਰ ਸ਼ਹਿਰਾਂ 'ਚ ਤੇ ਘਟ ਗਿਆ, ਪਰ ਪਿੰਡਾਂ ਦੇ ਅੰਦਰ ਜਿਹੜਾ ਹੈਗਾ ਅੱਜ ਵੀ ਬੱਚਿਆਂ ਨੂੰ ਕੁੱਟਿਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਜਾਂਦਾ ਹੈ। ਔਰ ਇਸ ਦੇ ਜਿਹੜੇ ਕੌਨਸੀਕੁਐਂਸਿਸ ਨੇ ਉਹ ਕਾਫੀ ਖਤਰਨਾਕ ਹੋ ਸਕਦੇ ਨੇ, ਕਾਫੀ ਖਰਾਬ ਹੋ ਸਕਦੇ ਨੇ। ਖਰਾਬ ਇਨ ਦਾ ਸੈਂਸ ਕਿ ਬੱਚੇ ਜਿਹੜੇ ਹੈਗੇ ਉਹ ਪੇਰੈਂਟਸ ਦੇ ਅਗੇਂਸਟ ਹੋ ਜਾਂਦੇ ਆ। ਵੱਡੇ ਹੋ ਕੇ ਉਹ ਫਿਰ ਪੇਰੈਂਟਸ ਦੀ ਗੱਲ ਨੂੰ ਸੁਣਦੇ ਨਹੀਂ ਨੇ, ਗੱਲ ਨੂੰ ਸਮਝਦੇ ਨਹੀਂ ਨੇ, ਉਹਨਾਂ ਦੀ ਗੱਲ ਨੂੰ ਫੋਲੋ ਨਹੀਂ ਕਰਦੇ, ਕਿਉਂਕਿ ਬਚਪਨ 'ਚ ਉਹਨਾਂ ਨੂੰ ਕੁੱਟ ਪੈ ਗਈ ਹੁੰਦੀ ਆ। ਸੋ ਇਸ ਕਰਕੇ ਬੱਚਿਆਂ ਦੀ ਮਾਨਸਿਕਤਾ ਵਾਸਤੇ ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ ਬੱਚਿਆਂ ਨੂੰ ਐਨਕਰੇਜਮੈਂਟ ਕੀਤੀ ਜਾਏ, ਬੱਚਿਆਂ ਨੂੰ ਗਾਈਡੈਂਸ ਦਿੱਤੀ ਜਾਏ, ਬੱਚਿਆਂ ਨੂੰ ਪੜ੍ਹਾਇਆ ਇਸ ਤਰੀਕੇ ਜਾਵੇ ਕਿ ਉਹਨਾਂ ਦਾ ਇੰਟਰਸਟ ਪੜ੍ਹਾਈ ਦੇ ਅੰਦਰ ਪੈਦਾ ਹੋਵੇ, ਨਾ ਕਿ ਉਹਨਾਂ ਨੂੰ ਕੁੱਟ ਮਾਰ ਕੇ ਜਾਂ ਉਹਨਾਂ ਨੂੰ ਡਾਂਟ ਕੇ ਜਾਂ ਉਹਨਾਂ ਦੀਆਂ ਸ਼ਰਾਰਤਾਂ ਨੂੰ ਜਿਹੜਾ ਹੈਗਾ ਉਹ ਉਸ ਚੀਜ਼ ਨੂੰ ਇੰਨਾ ਪ੍ਰਤਾੜਿਤ ਕੀਤਾ ਜਾਏ ਕਿ ਉਹ ਬੱਚੇ ਜਿਹੜੇ ਹੈਗੇ ਤੁਹਾਡੇ ਹੀ ਅਗੇਂਸਟ ਕੱਲ੍ਹ ਨੂੰ ਹੋ ਜਾਣ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਠੀਕ ਨਹੀਂ ਹੁੰਦੀ, ਇਹ ਚੀਜ਼ ਇਨਕਰੇਜ ਕਰਨ ਵਾਲੀ ਵੀ ਨਹੀਂ ਹੈਗੀ। ਡਾਕਟਰ ਸਾਹਿਬ, ਬੱਚੇ ਤੇ ਜਿਹੜੇ ਲੋਕ ਹੱਥ ਚੁੱਕਦੇ ਨੇ ਜਾਂ ਉਹਨਾਂ ਦੀ ਪਿਟਾਈ ਕਰਦੇ ਨੇ, ਤੇ ਪਿਟਾਈ ਦੇ ਨਾਲ ਬੱਚਿਆਂ ਦੀ ਸੋਚਣ ਸਮਝਣ ਦੀ ਖਮਤਾ ਉਹਦੇ ਤੇ ਅਸਰ ਪੈਂਦਾ ਹੈ? ਬੱਚਿਆਂ ਦੀ ਓਵਰਆਲ ਸਾਈਕੋਲੋਜੀਕਲ ਡਿਵੈਲਪਮੈਂਟ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈਂਦਾ ਹੈ। ਇਹਦੇ ਅੰਦਰ ਕਈ ਬੱਚੇ ਜਿਹੜੇ ਹੈਗੇ ਨੇ ਉਹ ਸੋਸ਼ਲੀ ਇਨਸਿਕਿਉਰ ਜਾਂ ਸੋਸ਼ਲ ਐਂਗਜ਼ਾਈਟੀ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਸੋਸ਼ਲ ਫੋਬੀਆ ਉਹਨਾਂ ਬੱਚਿਆਂ ਦੇ ਅੰਦਰ ਹੋ ਜਾਂਦਾ ਹੈਗਾ। ਔਰ ਓਵਰਆਲ ਉਹਨਾਂ 'ਚ ਕੌਨਫੀਡੈਂਸ ਦੀ ਕਮੀ, ਜਾਂ ਕਿਸੇ ਨਾਲ ਗੱਲ ਨਾ ਕਰ ਪਾਣਾ, ਜਾਂ ਆਪਣੇ ਆਪ ਤੇ ਡਾਊਟ ਰਹਿਣਾ ਕਿ ਮੈਂ ਪਤਾ ਨਹੀਂ ਸਹੀ ਗੱਲ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ ਹੈਗਾ। ਔਰ ਇਹਨਾਂ ਚੀਜ਼ਾਂ ਦੇ ਕਾਰਨ ਜਿਹੜੇ ਇਹਦੇ ਇਫੈਕਟਸ ਆਉਂਦੇ ਨੇ, ਬੱਚਿਆਂ ਦੀ ਸਾਈਕੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹਦੇ ਤੇ ਬਹੁਤ ਜ਼ਿਆਦਾ ਪ੍ਰਭਾਵ ਆਉਂਦਾ। ਇਕੱਲਾ ਇਹ ਚੀਜ਼ ਨਹੀਂ ਕਿ ਇਹਦੇ ਉੱਤੇ ਇਕੱਲਾ ਬੱਚੇ ਦੀ ਸਮਝ ਲਓ ਗਰੋਥ ਦੇ ਉੱਤੇ ਜਾਂ ਹੋਰ ਚੀਜ਼ਾਂ ਤੇ ਫਰਕ ਪੈਂਦਾ, ਹਰ ਚੀਜ਼ ਦੇ ਉੱਤੇ ਇਫੈਕਟ ਆਉਂਦਾ ਬੱਚਿਆਂ ਦੀ। ਹਰ ਚੀਜ਼ ਦੇ ਅੰਦਰ ਬੱਚੇ ਦੀ ਫਿਜ਼ੀਕਲ ਗਰੋਥ ਵੀ ਹੈ, ਬੱਚੇ ਦੀ ਮੈਂਟਲ ਗਰੋਥ ਵੀ ਹੈ, ਬੱਚੇ ਦੀ ਸਾਈਕੋਲੋਜੀਕਲ ਗਰੋਥ ਵੀ ਹੈ, ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਵੀ ਹੈਗੀ ਹੈ। ਸੋ ਓਵਰਆਲ ਅਗਰ ਮੈਂ ਸਾਈਕੀ ਦੀ ਗੱਲ ਕਰਾਂ, ਬੱਚਿਆਂ ਨੂੰ ਫਿਜ਼ੀਕਲ ਜਿਹੜੀ ਪਨਿਸ਼ਮੈਂਟ ਮਿਲਦੀ ਹੈਗੀ ਹੈ ਉਸ ਨਾਲੋਂ ਨੈਗੇਟਿਵ ਰੀਇਨਫੋਰਸਮੈਂਟ ਔਰ ਪੋਜ਼ਿਟਿਵ ਰੀਇਨਫੋਰਸਮੈਂਟ ਜਿਹੜੀ ਹੈਗੀ ਹੈ ਉਸ ਚੀਜ਼ ਦਾ ਬਹੁਤ ਅੱਛਾ ਰੋਲ ਜਿਹੜਾ ਹੈਗਾ ਉਹ ਬੱਚਿਆਂ ਦੇ ਅੰਦਰ ਹੁੰਦਾ। ਸੋ ਸਾਨੂੰ ਕੀ ਕਰਨਾ ਚਾਹੀਦਾ ਐਜ਼ ਅ ਪੇਰੈਂਟ ਅਸੀਂ ਬੱਚਿਆਂ ਦੇ ਉੱਤੇ ਫਿਜ਼ੀਕਲੀ ਵਾਇਲੈਂਟ ਨਹੀਂ ਹੋਣਾ, ਅਸੀਂ ਬੱਚਿਆਂ ਦੇ ਸਾਹਮਣੇ ਵੀ ਫਿਜ਼ੀਕਲੀ ਵਾਇਲੈਂਟ ਨਹੀਂ ਹੋਣਾ, ਈਵਨ ਆਪਣੇ ਪੈਟਸ ਦੇ ਨਾਲ ਫਿਜ਼ੀਕਲੀ ਵਾਇਲੈਂਟ ਨਹੀਂ ਹੋਣਾ ਬੱਚਿਆਂ ਦੇ ਸਾਹਮਣੇ, ਕਿਉਂਕਿ ਇਹਨਾਂ ਚੀਜ਼ਾਂ ਦਾ ਨੈਗੇਟਿਵ ਇੰਪੈਕਟ ਜਿਹੜਾ ਹੈਗਾ ਉਹ ਬਹੁਤ ਸਾਲਾਂ ਤੱਕ ਰਹਿੰਦਾ ਹੈ ਔਰ ਬੱਚੇ ਇਸ ਚੀਜ਼ ਨੂੰ ਯਾਦ ਰੱਖਦੇ ਨੇ ਔਰ ਕਈ ਵਾਰੀ ਆਪਣੇ ਪੇਰੈਂਟਸ ਦੇ ਅਗੇਂਸਟ ਹੀ ਹੋ ਜਾਂਦੇ ਨੇ। ਅੱਛਾ ਡਾਕਟਰ ਸਾਹਿਬ, ਜਿਨ੍ਹਾਂ ਬੱਚਿਆਂ ਨੂੰ ਮਾਰ ਪੈਂਦੀ ਹੈ, ਇਹਨਾਂ ਦੀ ਪਿਟਾਈ ਹੁੰਦੀ ਹੈ, ਕਿਆ ਉਹਨਾਂ ਦੇ ਵਿੱਚ ਡਿਪਰੈਸ਼ਨ, ਚਿੰਤਾ ਜਾਂ ਮਾਨਸਿਕ ਵਿਵਹਾਰ ਜਿਹੜਾ ਉਹਨਾਂ ਦਾ ਉਹ ਵੀ ਡਿਸਆਰਡਰ ਹੋ ਜਾਂਦੇ ਆ, ਮਤਲਬ ਉਹ ਪਰੇਸ਼ਾਨੀਆਂ ਆਏ ਵਾਲੀਆਂ ਸਾਹਮਣੇ ਦੇਖੀਆਂ ਗਈਆਂ? ਜੀ, ਸੋ ਇਸ ਤਰ੍ਹਾਂ ਹੈ ਭੰਡਾਰੀ ਜੀ ਕਿ ਇਸੇ ਆਹੀ ਰੀਜ਼ਨ ਹੈਗਾ ਸੀਗਾ ਕਿ ਇਹਦੇ ਕਰਕੇ ਕੁਝ ਕੰਟਰੀਜ਼ ਦੇ ਅੰਦਰ ਜਿਹੜਾ ਹੈਗਾ ਫਿਜ਼ੀਕਲ ਪਨਿਸ਼ਮੈਂਟ ਨੂੰ ਬਿਲਕੁਲ ਬੈਨ ਕੀਤਾ ਗਿਆ, ਬਾਈ ਲਾਅ ਬੈਨ ਕੀਤਾ ਗਿਆ ਹੈਗਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਸਟੱਡੀ ਦੇ ਦੌਰਾਨ ਔਰ ਸਟੱਡੀਜ਼ ਜਿਹੜੀਆਂ ਬਹੁਤ ਸਾਰੀਆਂ ਸਟੱਡੀਜ਼ ਮਲਟੀ ਲੈਵਲ ਦੇ ਉੱਤੇ ਸਟੱਡੀਜ਼ ਹੋਈਆਂ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿ ਇਹਨਾਂ ਬੱਚਿਆਂ ਦੇ ਅੰਦਰ ਡਿਪਰੈਸ਼ਨ ਔਰ ਐਂਗਜ਼ਾਇਟੀ, ਚਾਈਲਡਹੁੱਡ ਐਂਗਜ਼ਾਇਟੀ ਔਰ ਜਿਸ ਤਰ੍ਹਾਂ ਕੁਝ ਹੋਰ ਡਿਸਆਰਡਰ ਸਮਝ ਲਓ, ਫੋਬੀਆ ਜਿਸ ਤਰ੍ਹਾਂ ਹੈਗਾ, ਉਹਦੇ ਅੰਦਰ ਇੱਕ ਕਿਸਮ ਦਾ ਫੋਬੀਆ ਹੁੰਦਾ ਸੋਸ਼ਲ ਫੋਬੀਆ ਕਿ ਬੱਚਾ ਬਾਹਰ ਹੀ ਨਹੀਂ ਘਰੋਂ ਜਾਣਾ ਚਾਹੁੰਦਾ। ਜਿਨ੍ਹਾਂ ਦੇ ਫਿਜ਼ੀਕਲ ਵਾਇਲੈਂਸ ਹੋਈ ਹੁੰਦੀ ਹੈ ਉਹਨਾਂ ਦੇ ਅੰਦਰ ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ ਔਰ ਕੰਡਕਟ ਡਿਸਆਰਡਰ ਜਿਹੜਾ ਹੈਗਾ ਇਹ ਚੀਜ਼ਾਂ ਬਹੁਤ ਕਾਮਨ ਨੇ ਉਹਨਾਂ ਦੇ ਅੰਦਰ। ਔਰ ਲੋਕ ਕਈ ਜਿਹੜੇ ਜਿਸ ਤਰ੍ਹਾਂ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਸੋਸ਼ਲੀ ਅਡੈਪਟਡ ਹੀ ਨਹੀਂ ਹੁੰਦੇ, ਔਰ ਕਈ ਬੱਚੇ ਜਿਹੜੇ ਅੱਗੇ ਚੱਲ ਕੇ ਕ੍ਰਿਮੀਨਲ ਮਾਈਂਡਡਨੈਸ ਉਹਨਾਂ 'ਚ ਆ ਜਾਂਦੀ ਹੈਗੀ ਆ, ਜਿਨ੍ਹਾਂ ਦੀ ਫੈਮਲੀਜ਼ ਦੇ ਅੰਦਰ ਉਹ ਵਾਇਲੈਂਸ, ਫਿਜ਼ੀਕਲ ਵਾਇਲੈਂਸ ਨੂੰ ਆਬਜ਼ਰਵ ਕਰਦੇ ਨੇ ਔਰ ਦੇਖਦੇ ਨੇ, ਉਹਨਾਂ ਦੇ ਅੰਦਰ ਇਹ ਚੀਜ਼ਾਂ ਆਉਣ ਵਾਲੇ ਟਾਈਮ ਦੇ ਅੰਦਰ ਬਹੁਤ ਕਾਮਨਲੀ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਨੇ। ਡਾਕਟਰ ਸਾਹਿਬ, ਕੁਝ ਐਸੇ ਕੇਸਿਸ ਵੀ ਹੈਗੇ ਹੈ ਜਿਹਦੇ 'ਚ ਬੱਚਿਆਂ ਦੀ ਪਿਟਾਈ ਦੇ ਨਾਲ ਘਰ ਦੇ ਵਿੱਚ ਜਿਹੜਾ ਉਹ ਕਲੇਸ਼ ਜਿਹਨੂੰ ਕਹਿੰਦੇ ਰਹਿੰਦਾ ਹੈ ਵੀ, ਜਾਂ ਮੀਆਂ ਬੀਬੀ ਝਗੜਦੇ ਨੇ ਜਾਂ ਇੱਕ ਦੂਸਰੇ ਤੇ ਵਾਇਲੈਂਟ ਹੋ ਜਾਂਦੇ ਨੇ, ਉਹ ਵੀ ਬੱਚਿਆਂ ਦੇ ਉੱਪਰ ਅਸਰ, ਦਿਮਾਗ ਦੇ ਉੱਪਰ ਜਾਂ ਉਹਨਾਂ ਦੀ ਗਰੋਥ ਤੇ ਅਸਰ? ਹਾਂਜੀ, ਇਸ ਤਰ੍ਹਾਂ ਹੈ ਭੰਡਾਰੀ ਸਾਹਿਬ ਕਿ ਜਿਹੜਾ
ਇਹ ਤੁਸੀਂ ਗੱਲ ਕਹੀ ਹੈਗੀ ਹੈ ਕਿ ਉਹਨਾਂ ਦੀ ਗਰੋਥ ਦੇ ਉੱਤੇ ਔਰ ਬਾਕੀ ਚੀਜ਼ਾਂ ਨੂੰ ਆਬਜ਼ਰਵ ਕਰਕੇ ਜਾਂ ਹੋਮ এনवायरमेंट ਕਿਸ ਤਰ੍ਹਾਂ ਦਾ ਹੈਗਾ, ਸੋ ਇਹਨਾਂ ਚੀਜ਼ਾਂ ਦੇ ਉੱਤੇ ਖਾਸ ਕਰ ਪਿਛਲੇ ਪੈਂਡੈਮਿਕ ਦੇ ਅੰਦਰ ਜਿਹੜਾ ਸਾਡਾ ਇੰਟਰਨੈਸ਼ਨਲ ਕਾਉਂਸਲ ਆਫ ਮੈਡੀਕਲ ਰਿਸਰਚ ਹੈਗਾ ICMR, ਉਹਨੇ ਇਸ ਦੇ ਉੱਤੇ ਸਟੱਡੀ ਕੱਢੀ ਸੀਗੀ ਕਿ ਉਹਦੇ ਅੰਦਰ ਹੋਮ ਵਾਇਲੈਂਸ ਦੇ ਕੇਸਿਸ ਕਿੰਨੇ ਵਧੇ ਨੇ ਔਰ ਸੁਸਾਈਡ ਦੇ ਕੇਸਿਸ ਕਿੰਨੇ ਵਧੇ ਨੇ ਔਰ ਐਂਗਜ਼ਾਈਟੀ ਨਾਲ ਰਿਲੇਟਡ ਕਿੰਨੇ ਕੇਸਿਸ ਵਧੇ ਨੇ। ਸੋ ਇਹਦੇ ਅੰਦਰ ਇਹ ਚੀਜ਼ ਦੇਖੀ ਗਈ ਹੈ ਕਿ ਜਿਨ੍ਹਾਂ ਘਰਾਂ ਦੇ ਅੰਦਰ ਵਾਇਲੈਂਸ ਜਾਂ ਉਹਨਾਂ ਦੇ ਅੰਦਰ ਅਗਰੈਸ਼ਨ ਜਾਂ ਵਰਬਲ ਅਗਰੈਸ਼ਨ ਜਾਂ ਫਿਜ਼ੀਕਲ ਅਗਰੈਸ਼ਨ ਜਿਹੜੀ ਹੈਗੀ ਆ ਉਹ ਜ਼ਿਆਦਾ ਹੁੰਦੀ ਹੈ, ਉਹਨਾਂ ਘਰਾਂ ਦੇ ਅੰਦਰ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਅੰਦਰ ਕਾਫੀ ਜ਼ਿਆਦਾ ਮਾਨਸਿਕ ਜਿਹੜੇ ਰੋਗ ਹੈਗੇ ਨੇ ਉਹ ਬੱਚਿਆਂ ਦੇ ਅੰਦਰ ਬਹੁਤ ਪਾਏ ਜਾਂਦੇ ਨੇ। ਉਹਨਾਂ ਦੇ ਵਿੱਚੋਂ ਕੁਝ ਰੋਗ ਮੈਂ ਤੁਹਾਨੂੰ ਦੱਸੇ ਹੀ ਨੇ, ਜਿਸ ਤਰ੍ਹਾਂ ਡਿਪਰੈਸ਼ਨ ਹੈਗਾ, ਐਂਗਜ਼ਾਈਟੀ ਹੈ, ਐਂਟੀ ਸੋਸ਼ਲ ਬਿਹੇਵੀਅਰ ਹੈਗਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਕਮਿਊਨਿਟੀ ਮਾਈਂਡਡਨੈਸ ਹੈ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਉਹਨਾਂ ਬੱਚਿਆਂ ਦੇ ਵਿੱਚ ਔਰ ਉਹਨਾਂ ਫੈਮਲੀਜ਼ ਦੇ ਅੰਦਰ ਜਿਹੜਾ ਹੈਗਾ ਉਹ ਰਹਿੰਦੀਆਂ ਨੇ। ਉਹਦੇ ਕਰਕੇ ਫੈਮਿਲੀ এনवायरमेंट ਜਿਹੜਾ ਹੈਗਾ ਠੀਕ ਨਹੀਂ ਰਹਿੰਦਾ ਹੈਗਾ। ਡਰੱਗ ਅਬਿਊਜ਼ ਬਹੁਤ ਕਾਮਨ ਹੈ ਇਹਨਾਂ ਚੀਜ਼ਾਂ ਦੇ ਅੰਦਰ। ਜਿਹੜੇ ਬੱਚੇ ਪਰਸਨੈਲਿਟੀ ਠੀਕ ਡਿਵੈਲਪਮੈਂਟ ਨਹੀਂ ਹੁੰਦੀ ਉਹਨਾਂ ਦੇ ਅੰਦਰ ਡਰੱਗ ਅਬਿਊਜ਼, ਐਲਕੋਹਲ ਅਬਿਊਜ਼, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਜਿਹੜਾ ਹੈਗਾ ਕਾਮਨਲੀ ਆਬਜ਼ਰਵ ਕੀਤੀਆਂ ਗਈਆਂ ਨੇ। ਅੱਛਾ ਡਾਕਟਰ ਸਾਹਿਬ, ਕਈ ਵਾਰੀ ਇਸ ਤਰ੍ਹਾਂ ਦੇ ਕੇਸਿਸ ਆਏ ਵੀ ਬੱਚੇ ਨੂੰ ਧਾਰਨਾ ਬਣ ਜਾਂਦੀ ਹੈ ਪੇਰੈਂਟਸ ਦੀ ਵੀ ਜੇ ਇਹਨੂੰ ਅਸੀਂ ਸਜ਼ਾ ਨਹੀਂ ਦਿਆਂਗੇ ਜਾਂ ਮਾਰਾਂਗੇ ਨਹੀਂ ਤੇ ਇਹ ਵਿਗੜ ਜਾਏਗਾ। ਦੇਖੋ, ਇਹ ਧਾਰਨਾ ਮੈਂ ਤੁਹਾਨੂੰ ਕੁਝ ਦੱਸਿਆ ਹੀ ਸੀਗਾ ਕਿ ਕੁਝ ਸਾਲ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਅਸੀਂ ਛੋਟੇ ਸੀਗੇ ਤੇ ਇਹ ਕਾਮਨ ਜੀ ਚੀਜ਼ ਹੈਗੀ ਸੀਗੀ ਕਿ ਹੋਮਵਰਕ ਨਹੀਂ ਕੀਤਾ ਤੇ ਕੁੱਟ ਦਿੱਤਾ, ਬਾਹਰ ਖੇਡਣ ਜ਼ਿਆਦਾ ਟਾਈਮ ਚਲੇ ਗਏ ਤੇ ਤਾਂ ਕੁੱਟ ਦਿੱਤਾ। ਪਰ ਅੱਜ ਕੱਲ ਜੋ ਰਿਸਰਚ ਹੈ, ਜੋ ਬੈਸਟ, ਦੇਖੋ ਇਹਦੇ 'ਚ ਕਿਆ ਹੈ ਕਿ ਬੈਸਟ ਡਿਵੈਲਪਮੈਂਟ ਕਾਹਦੇ ਨਾਲ ਹੈ। ਸੋ ਬੈਸਟ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਨੈਗੇਟਿਵ ਤੇ ਪੋਜ਼ਿਟਿਵ ਰੀਇਨਫੋਰਸਮੈਂਟਸ ਦੇ ਨਾਲ। ਫਿਜ਼ੀਕਲ ਪਨਿਸ਼ਮੈਂਟ ਦੇ ਨਾਲ ਇਹਦੇ ਨਾਲ ਬੈਸਟ ਡਿਵੈਲਪਮੈਂਟ ਨਹੀਂ ਹੈਗੀ, ਕਿਉਂਕਿ ਉਹ ਇਨਸੀਡੈਂਟਸ ਜਾਂ ਉਹ ਨੈਗੇਟਿਵ ਇੰਪੈਕਟ ਰੱਖਦੇ ਨੇ ਬੱਚੇ ਦੇ ਮਾਈਂਡ ਦੇ ਅੰਦਰ ਸਾਲਾਂ ਦੇ ਸਾਲ। ਸੋ ਅਗਰ ਅਸੀਂ ਵਰਬਲ ਅਗਰੈਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਅੱਛੀ ਨਹੀਂ ਹੈ, ਝਿੜਕਾਂ ਮਾਰਨੀਆਂ, ਡਾਂਟ ਦੇਣਾ ਜਾਂ ਉਹ ਚੀਜ਼ਾਂ ਕਰ ਦੇਣੀਆਂ, ਉਹ ਵੀ ਠੀਕ ਨਹੀਂ ਹੈਗਾ। ਕਿਉਂਕਿ ਬੱਚੇ ਆਉਣ ਵਾਲੇ ਟਾਈਮ ਦੇ ਅੰਦਰ, ਦੇਖੋ ਸਾਡਾ ਭਵਿੱਖ ਸਾਡੇ ਬੱਚਿਆਂ 'ਚ ਹੈ। ਸੋ ਆਉਣ ਵਾਲੇ ਟਾਈਮ ਦੇ ਅੰਦਰ ਵੀ ਹੈਵ ਟੂ ਸੀ ਵਿਚ ਇਜ਼ ਦ ਬੈਸਟ ਡਿਵੈਲਪਮੈਂਟ ਫॉर ਦ ਚਾਈਲਡ ਔਰ ਕਿਸ ਤਰੀਕੇ ਅਸੀਂ ਉਹ ਬੈਸਟ ਡਿਵੈਲਪਮੈਂਟ ਬੱਚਿਆਂ ਦੇ ਅੰਦਰੋਂ ਉਭਾਰ ਸਕਦੇ ਹਾਂ। ਇਨਕਰੇਜਮੈਂਟ ਦੇ ਨਾਲ, ਐਂਥੂਸੀਆਜ਼ਮ ਬਿਲਡਿੰਗ ਦੇ ਨਾਲ, ਬੱਚਿਆਂ ਦੇ ਅੰਦਰ ਨੌਲੇਜ ਨੂੰ ਗੇਨ ਕਰਨ ਦੀ ਚਾਹ ਵਧਾਉਣ ਦੇ ਨਾਲ, ਦੋਸਤਾਨਾ ਵਿਵਹਾਰ ਰੱਖਣ ਨਾਲ, ਦੋਸਤਾਂ ਦਾ ਵਿਵਹਾਰ ਜਿਹੜਾ ਹੈਗਾ, ਦੋਸਤਾਨਾ ਵਿਵਹਾਰ, ਮਤਲਬ ਪੇਰੈਂਟਸ ਇਹ ਨਾ ਸਮਝਣਗੇ ਅਸੀਂ ਪੇਰੈਂਟਸ ਹੈ ਉਹਦੇ ਦੋਸਤ ਬਣ ਕੇ ਉਹਦੇ ਨਾਲ ਗੱਲ। ਜਿਹੜੀ ਅਪਬ੍ਰਿੰਗਿੰਗ ਹੈ, ਇਹ ਤਿੰਨ ਕਿਸਮਾਂ ਦੀ ਅਪਬ੍ਰਿੰਗਿੰਗ ਹੁੰਦੀ ਹੈ। ਇੱਕ ਹੈਗੀ ਹੈ ਕਿ ਉਹਦੇ ਅੰਦਰ ਤੁਸੀਂ ਅਥਾਰਟੇਰੀਅਨ ਹੋ, ਇੱਕ ਹੈਗੀ ਹੈ ਅਥਾਰਟੇਟਿਵ, ਇੱਕ ਹੈਗੀ ਹੈ ਫ੍ਰੈਂਡਲੀ। ਸੋ ਅਥਾਰਟੇਰੀਅਨ ਮੀਨਸ ਕਿ ਮੈਂ ਬੌਸ ਹਾਂ, ਮੈਂ ਜੋ ਕਹਿਤਾ ਇਹੋ ਹੀ ਹੋਣਾ ਵਾ, ਇਸ ਤੋਂ ਇਲਾਵਾ ਕੁਝ ਨਹੀਂ ਹੋਊਗਾ। ਜੇ ਤੁਸੀਂ ਐਂ ਤੋਂ ਐਂ ਕੀਤਾ ਤੇ ਤੁਹਾਨੂੰ ਘਟਾਪਾ ਹੋਣਾ ਹੈਗਾ। ਦਿਸ ਇਜ਼ ਅਥਾਰਟੇਰੀਅਨ। ਰਾਈਟ। ਅਥਾਰਟੇਟਿਵ ਇਜ਼ that I will give you a balance between this thing and using your own intelligence. ਸੋ ਸਾਡਾ ਜ਼ਰੂਰੀ ਨਹੀਂ ਕਿ ਸਾਡੀ ਜਿਹੜਾ ਇੱਕ ਦੇਖਣ ਦਾ ਨਜ਼ਰੀਆ ਹੈਗਾ, ਸਾਲਾਂ ਦੇ ਸਾਲਾਂ 'ਚ ਸਾਇੰਸ ਬਦਲ ਗਈ, ਸਾਲਾਂ ਦੇ ਸਾਲਾਂ ਦੇ ਅੰਦਰ ਨੌਲੇਜ ਬਦਲ ਗਿਆ। ਓਵਰ ਦ ਈਅਰਸ ਲੋਕਾਂ ਦੀ ਜਿਹੜੀ ਨੌਲੇਜ ਗੇਨ ਕਰਨ ਦੀ ਕੈਪੇਬਿਲਿਟੀ ਵੱਧ ਗਈ, ਗੂਗਲ ਆ ਗਿਆ, ਬੜੀ ਸਾਡੇ ਕੋਲ ਸੌਫਟਵੇਅਰ, ਸਾਡੇ ਬਚਪਨ ਦੇ ਅੰਦਰ ਅਸੀਂ ਸੌਫਟਵੇਅਰਸ ਤੇ ਕਦੀ ਸੁਣਿਆ ਵੀ ਨਹੀਂ ਸੀਗਾ ਕਿ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬਦਲਾਓ ਜਿਹੜਾ ਹੈਗਾ ਟਾਈਮ ਟੂ ਟਾਈਮ ਜਿਹੜਾ ਬਦਲਾਓ ਆ ਰਿਹਾ ਹੈਗਾ ਸਮੇਂ ਦੇ ਅੰਦਰ, ਸਾਨੂੰ ਉਹਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ। ਔਰ ਜਿਹੜੀ ਗੱਲ ਫ੍ਰੈਂਡਲੀਨੈਸ ਦੀ ਹੈਗੀ ਹੈ, ਫ੍ਰੈਂਡਲੀਨੈਸ ਇੱਕ ਲੈਵਲ ਤੱਕ, ਫਰਮਨੈਸ, ਇੱਕ ਬਾਉਂਡਰੀ ਸੈਟਅਪ ਕਰਨੀ ਆ ਸਾਡੀ ਹੀ ਪੇਰੈਂਟਸ ਐਜ਼ ਪੇਰੈਂਟਸ, ਰਿਸਪੌਂਸਿਬਲ ਪੇਰੈਂਟਸ, ਬਾਉਂਡਰੀਜ਼ ਅਸੀਂ ਜ਼ਰੂਰ ਸੈੱਟ ਕਰਾਂਗੇ। ਇਹ ਨਹੀਂ ਕਿ ਬਿਲਕੁਲ ਹੀ ਫਰੈਂਡ ਬਣ ਜਾਾਂਗੇ ਔਰ ਇਹ ਕਹਿ ਦਾਂਗੇ ਕਿ ਬੱਚੇ ਕੋਈ ਗੱਲ ਨਹੀਂ। ਔਰ ਇਹ ਚੀਜ਼ਾਂ ਮੈਂ ਵੈਸਟ 'ਚ ਓਬਜ਼ਰਵ ਕੀਤੀਆਂ ਕਿ ਉੱਥੇ ਬਹੁਤ ਫਰੈਂਡਲੀ, ਓਵਰ ਫਰੈਂਡਲੀ ਹੈਗੇ ਨੇ, ਪਰ ਉਹ ਚੀਜ਼ ਵੀ ਗਲਤ ਹੈ। ਔਰ ਤੁਸੀਂ ਅਗਰ ਦੇਖੋ ਕਿ ਵੈਸਟ ਦੇ ਅੰਦਰ ਜਿਹੜਾ ਡਰੱਗ ਅਬਿਊਜ਼ ਦੇ ਰੇਟਸ ਹੈਗੇ ਨੇ ਕਿਤੇ ਜ਼ਿਆਦਾ ਇੰਡੀਆ ਨਾਲੋਂ ਹਾਈ ਹੈਗੇ ਯੰਗਸਟਰਸ ਦੇ ਅੰਦਰ, ਉਹ ਖੁੱਲੇ ਹੋਣ ਦਾ ਹੀ ਨਜ਼ਰ ਉਹਦੇ ਕਾਰਨ ਹੀ ਹੈਗਾ। ਇੱਕ ਲੈਵਲ ਤੱਕ ਫ੍ਰੈਂਡਲੀਨੈਸ ਔਰ ਇੱਕ ਲੈਵਲ ਤੱਕ ਬੈਲੈਂਸ। ਮਤਲਬ ਜਿਵੇਂ ਕਹਿੰਦੇ ਬੱਚੇ ਨੂੰ ਅੱਖ ਦਾ ਡਰ ਹੋਣਾ ਚਾਹੀਦਾ, ਅੱਖ ਦਾ ਡਰ ਜ਼ਰੂਰ ਹੋਣਾ ਚਾਹੀਦਾ ਹੈ, ਪਰ ਫਿਜ਼ੀਕਲ ਵਾਇਲੈਂਸ ਜਿਹੜੀ ਹੈ ਉਹ ਕਿਤੇ ਵੀ ਰਿਕਮੈਂਡਡ ਨਹੀਂ ਹੈ। ਪਰ ਇੱਕ ਬੈਲੈਂਸ ਇਨ ਅਪਬ੍ਰਿੰਗਿੰਗ ਦੈਟ ਇਜ਼ ਅ ਮਸਟ। ਉਹਦੇ ਅੰਦਰ ਪਨਿਸ਼ਮੈਂਟ ਨਾਲੋਂ ਨੈਗੇਟਿਵ ਰੀਇਨਫੋਰਸਮੈਂਟ, ਜਿਸ ਤਰ੍ਹਾਂ ਮੈਂ ਕਹਿ ਰਿਹਾ, ਫੋਰ ਐਗਜ਼ਾਮਪਲ ਅਗਰ ਇੱਕ ਬੱਚਾ ਕੰਮ ਨਹੀਂ ਕਰ ਰਿਹਾ ਹੈਗਾ, ਅਸੀਂ ਉਹਨੂੰ ਕਿਸ ਤਰੀਕੇ ਡੀਲ ਕਰ ਸਕਦੇ ਹਾਂ ਕਿ ਅਗਰ ਤੂੰ ਕੰਮ ਨਹੀਂ ਕਰ ਰਿਹਾ ਤੂੰ ਟੀਵੀ ਨਹੀਂ ਦੇਖਣਾ, ਅਗਰ ਹੋਮਵਰਕ ਕਰ ਲੋਗੇ ਫਿਰ ਤੁਸੀਂ ਇੰਨਾ ਟੀਵੀ ਤੁਸੀਂ ਦੇਖ ਸਕਦੇ ਹੋ। ਸੋ ਵੀ ਹੈਵ ਟੂ ਸੈਟ ਦ ਲਿਮਿਟਸ। ਅਸੀਂ ਜਨਰਲੀ ਹੁਣ ਹੋ ਕੀ ਰਿਹਾ ਹੈ, ਬਿਲਕੁਲ ਹੋ ਕੀ ਰਿਹਾ ਹੈ ਕਿ ਵਿਦ ਟਾਈਮ ਜਿਹੜੇ ਪੇਰੈਂਟਸ ਨੇ, ਬੋਥ ਪੇਰੈਂਟਸ ਮੋਸਟਲੀ ਆਰ ਵਰਕਿੰਗ।
ਸੋ ਵਰਕਿੰਗ ਪੇਰੈਂਟਸ ਦੇ ਅੰਦਰ ਕਿਆ ਹੈ ਕਿ ਬੱਚਿਆਂ ਨੂੰ ਗੈਜਟਸ ਲੈ ਕੇ ਦੇ ਦਿਓ, ਵਧੀਆ ਫੋਨਸ ਲੈ ਕੇ ਦੇ ਦਿਓ, ਆਈਫੋਨ ਲੈ ਕੇ ਦੇ ਦਿਓ, ਆਈਪੈਡ ਲੈ ਕੇ ਦੇ ਦਿਓ, ਲੈਪਟਾਪਸ ਲੈ ਕੇ ਦੇ ਦਿਓ, ਪਰ ਕੁਆਲਿਟੀ ਟਾਈਮ ਪੇਰੈਂਟਸ ਸਪੈਂਡ ਨਹੀਂ ਕਰਦੇ। ਕੁਆਲਿਟੀ ਟਾਈਮ ਅਗਰ ਅਸੀਂ ਬੱਚਿਆਂ ਦੇ ਨਾਲ ਸਪੈਂਡ ਕਰਦੇ ਹਾਂ, ਉਹਨਾਂ ਦੇ ਨਾਲ ਗੇਮਸ ਖੇਲਦੇ ਹਾਂ, ਉਹਨਾਂ ਦੇ ਨਾਲ ਪਾਰਕਸ 'ਚ ਜਾ ਰਹੇ ਹਾਂ, ਉਹਨਾਂ ਦੇ ਨਾਲ ਅਸੀਂ ਟਾਈਮ ਸਪੈਂਡ ਕਰ ਰਹੇ ਹਾਂ, ਉਹਨਾਂ ਨਾਲ ਹੀ ਬੈਠ ਕੇ ਚਲੋ ਗਾਣੇ ਸੁਣ ਰਹੇ ਹਾਂ, ਫਿਰ ਬੱਚਾ ਆਪਣੀਆਂ ਚੀਜ਼ਾਂ ਨੂੰ ਲੁਕਾਉਂਦਾ ਨਹੀਂ ਆਪਣੇ ਪੇਰੈਂਟਸ ਤੋਂ। ਜੇ ਬੱਚਾ ਕੁਝ ਗਲਤ ਕਰ ਰਿਹਾ ਹੋਏਗਾ, ਬੱਚਾ ਆਪਣੇ ਪੇਰੈਂਟਸ ਨੂੰ ਦੱਸੇਗਾ ਕਿ ਪਾਪਾ ਇਹ ਚੀਜ਼ ਗਲਤ ਹੋਈ ਹੈ, ਮੈਂ ਆਪਣੀ ਮਦਰ ਨੂੰ ਦੱਸੇਗੀ ਬੱਚੀ ਕਿ ਵੀ ਆਹ ਚੀਜ਼ ਗਲਤ ਹੋ ਰਹੀ ਹੈਗੀ ਹੈ। ਸੋ ਦੈਟ ਓਪਨਨੈਸ ਵਿਦ ਯੋਰ ਚਿਲਡਰਨ ਇਜ਼ ਮਸਟ। friendliness up to a certain level is okay, but not beyond a certain limit. ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਵੀ ਬੱਚੇ ਇਹ ਜਿਹੜੇ ਮੋਬਾਈਲ ਜਾਂ ਗੈਜਟਸ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚਿਆਂ ਨੂੰ ਲੈ ਕੇ ਪ੍ਰੋਵਾਈਡ ਕਰਾਈ ਜਾ ਰਹੀਆਂ, ਇਹ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ? ਦੇਖੋ, ਨੌਲੇਜ ਦਾ ਮੈਂ ਹੁਣੇ ਦੱਸਿਆ ਕਿ ਨੌਲੇਜ ਗੇਨ ਕਰਨ ਦੇ ਤਰੀਕੇ ਬਹੁਤ ਬਦਲ ਗਏ ਨੇ, ਖਾਸ ਕਰ ਕੋਵਿਡ ਟਾਈਮਸ ਦੇ ਅੰਦਰ ਹੁਣ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ। ਸੋ ਬੱਚੇ ਜਿਹੜੇ ਹੈਗੇ ਨੇ, ਅਗਰ ਅਸੀਂ ਚਾਹੀਏ ਜਾਂ ਨਾ ਚਾਹੀਏ, ਉਹਨਾਂ ਨੂੰ ਮੋਬਾਈਲ ਯੂਜ਼ ਕਰਨੇ ਪੈ ਰਹੇ ਨੇ, ਗੈਜਟਸ ਯੂਜ਼ ਕਰਨੇ ਪੈ ਰਹੇ ਨੇ, ਪਰ ਉਹਦੇ ਤੇ ਅਸੀਂ ਆਪਣਾ ਨਿਗਾਹ ਰੱਖ ਸਕਦੇ ਹਾਂ। ਹੁਣ ਇੱਕ ਸੌਫਟਵੇਅਰ ਹੈਗਾ ਜਿਹਦੇ ਅੰਦਰ ਮੈਂ ਦੇਖ ਸਕਦਾ ਕਿ ਮੇਰੇ ਬੱਚੇ ਕਿਆ ਕਰ ਰਹੇ ਨੇ ਆਪਣੇ ਮੋਬਾਈਲ ਦੇ ਅੰਦਰ। ਸੋ ਆਈ ਹੈਵ ਇੰਸਟਾਲਡ ਦੈਟ ਸੌਫਟਵੇਅਰ। ਉਹ ਮੈਨੂੰ ਪਤਾ ਲੱਗ ਜਾਂਦਾ ਕਿ ਬੱਚੇ ਕਿਆ ਦੇਖ ਰਹੇ ਨੇ, ਕਿਆ ਸੁਣ ਰਹੇ ਨੇ। ਸੋ ਉਸ ਚੀਜ਼ 'ਤੇ ਮੈਂ ਚੈੱਕ ਰੱਖਿਆ ਹੋਇਆ। ਜੇ ਮੇਰੇ ਬੱਚਿਆਂ ਨੇ ਅੱਜ ਕਲਾਸਿਸ ਲਗਾਉਣੀਆਂ ਨੇ ਤਾਂ ਉਹ ਕਿੰਨਾ ਟਾਈਮ ਉਹਨਾਂ ਦੀ ਜਿਹੜੀ ਜਿਹਨੂੰ ਅਸੀਂ ਸਕਰੀਨ ਟਾਈਮ ਕਹਿ ਦਿੰਦੇ ਹੈਗੇ ਆ, ਕਿ ਕਿੰਨਾ ਸਕਰੀਨ ਟਾਈਮ ਉਹ ਕਰ ਰਹੇ ਨੇ, ਮੈਨੂੰ ਉਹਨਾਂ ਦੇ ਮੋਬਾਈਲ 'ਚੋਂ ਆਪਣੇ ਮੋਬਾਈਲ 'ਚ ਪਤਾ ਹੈਗਾ। ਸੋ ਮੈਂ ਚਾਹੁੰਦਾ ਕਿ ਪੇਰੈਂਟਸ ਥੋੜ੍ਹਾ ਬਹੁਤ ਚੈੱਕ ਰੱਖਣ। ਜ਼ਰੂਰੀ ਹੈਗਾ ਕਿ ਅਸੀਂ ਇਸ ਚੀਜ਼ ਦਾ ਧਿਆਨ ਰੱਖੀਏ ਕਿ ਬੱਚੇ ਸਾਡੇ ਜਿਹੜੇ ਹੈਗੇ ਨੇ ਉਹ ਕਿਤੇ ਇਹਨਾਂ ਆਨਲਾਈਨ ਜਾਂ ਇਸ ਨੌਲੇਜ ਦੇ ਐਕਸਪੋਜ਼ਰ 'ਤੇ ਕਿਤੇ ਇਹ ਬੱਚੇ ਸਾਡੇ ਹੱਥੋਂ ਚਲੇ ਨਾ ਜਾਣ, ਛੁੱਟ ਨਾ ਜਾਣ, ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ। ਫੋਰ ਐਗਜ਼ਾਮਪਲ ਪੌਰਨ ਸਾਈਟਸ ਹੈਗੀਆਂ ਨੇ, ਇਹੋ ਜਿਹਾ ਨੌਲੇਜ ਅਵੇਲੇਬਲ ਹੈਗਾ ਜਿਹੜਾ ਉਹਨਾਂ ਦੀ ਏਜ ਵਾਸਤੇ ਨਹੀਂ ਹੈਗਾ। ਸੋ ਇਹ ਚੀਜ਼ਾਂ ਉਹਨਾਂ ਦੇ ਦੋਸਤ ਉਹਨਾਂ ਨੂੰ ਕਹਿ ਸਕਦੇ ਨੇ, ਜਾਂ ਉਹਨਾਂ ਦੇ ਕੁਝ ਫਰੈਂਡ ਸਰਕਲ ਦੇ ਅੰਦਰ ਇਹ ਗੱਲਾਂ ਕਹੀਆਂ ਜਾ ਸਕਦੀਆਂ। ਸੋ ਸਾਨੂੰ ਇਹ ਚਾਹੀਦਾ ਹੈ ਕਿ ਉਹਨਾਂ ਦਾ ਸਕਰੀਨ ਟਾਈਮ ਜਿਹੜਾ ਹੈਗਾ ਉਹਨੂੰ ਰਿਸਟ੍ਰਿਕਟ ਕੀਤਾ ਜਾਵੇ, ਉਹਦੇ 'ਤੇ ਧਿਆਨ ਰੱਖਿਆ ਜਾਵੇ ਕਿ ਉਹ ਬੱਚੇ ਕੀ ਕਰ ਰਹੇ ਨੇ, ਔਰ ਉਸ ਚੀਜ਼ ਨੂੰ ਬੱਚੇ ਨੂੰ ਗਾਈਡੈਂਸ ਦਿੱਤੀ ਜਾਵੇ। ਇਸ ਦੇ ਨਾਲ ਨਾਲ ਹੀ ਸਕਰੀਨ ਟਾਈਮ ਘਟਾਉਣ ਦੇ ਨਾਲ ਨਾਲ ਹੀ ਇਹ ਚਾਹੀਦਾ ਕਿ ਫੈਮਿਲੀ ਸਾਰੀ ਇਕੱਠੀ ਬੈਠ ਕੇ ਕੁਆਲਿਟੀ ਟਾਈਮ ਸਪੈਂਡ ਕਰੇ। ਡਾਕਟਰ ਸਾਹਿਬ, ਹੋਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਵੈਸੇ ਤੇ ਡਿਟੇਲ 'ਚ ਦੱਸਦਾ, ਤੁਸੀਂ ਹੋਰ ਕੁਝ ਦੱਸਣਾ ਚਾਹੋਗੇ? ਬੱਚਿਆਂ ਦੇ ਜਿਹੜੇ ਡਿਸਆਰਡਰਸ ਨੇ, ਜਿਹੜੇ ਸਾਈਕੋਲੋਜੀਕਲ ਡਿਸਆਰਡਰਸ ਨੇ, ਜਿਹੜੇ ਮੈਂਟਲ ਡਿਸਆਰਡਰਸ ਨੇ, ਉਹਨਾਂ ਨੂੰ ਸਾਡੇ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ। ਜਿਸ ਚੀਜ਼ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਬੱਚੇ ਅਗਰ ਸਲੋ ਰਨਰ ਹੈਗੇ ਤਾਂ ਉਹਨੂੰ ਫਿਜ਼ੀਕਲ ਪਨਿਸ਼ਮੈਂਟ ਜਿਹੜੀ ਹੈਗੀ ਕਿੰਨੀ ਕੁ ਦਿੱਤੀ ਜਾਣੀ ਚਾਹੀਦੀ ਹੈ। ਸੋ ਮੇਰੀ ਰਾਏ ਹੈਗੀ ਹੈ ਕਿ ਬੱਚਿਆਂ ਨੂੰ ਇੱਕ ਹੈਲਦੀ ਐਡਲਟ ਬਣਾਉਣ ਦੇ ਲਈ ਪੇਰੈਂਟਸ ਦਾ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਰੋਲ ਹੈਗਾ। ਪਰ ਪੇਰੈਂਟਸ ਨੂੰ ਇਹ ਚੀਜ਼ ਨੂੰ ਰਿਅਲਾਈਜ਼ ਕਰਨਾ ਪਏਗਾ ਕਿ ਅਗਰ ਬੱਚੇ ਸਲੋ ਲਰਨਰਸ ਹੈਗੇ ਨੇ ਜਾਂ ਬੱਚੇ ਕੋਈ ਚੀਜ਼ ਨਹੀਂ ਸਿੱਖ ਪਾ ਰਹੇ ਹੈਗੇ ਤੇ ਉਹਨਾਂ ਨੂੰ ਕਿਵੇਂ ਇਨਕਰੇਜ ਕੀਤਾ ਜਾਵੇ ਉਸ ਚੀਜ਼ ਨੂੰ ਦੇਖਣ ਦੇ ਲਈ। ਅਗਰ ਬੱਚਿਆਂ ਦੇ ਅੰਦਰ ਕੁਝ ਡਿਸਆਰਡਰਸ ਹੈਗੇ ਨੇ, ਫੋਰ ਐਗਜ਼ਾਮਪਲ ADHD ਹੈ, ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਹੈਗਾ, ਔਟਿਜ਼ਮ ਹੈਗਾ, ਸਲੋ ਲਰਨਰ ਹੈਗਾ, ਜਾਂ ਲਰਨਿੰਗ ਡਿਸੇਬਿਲਿਟੀ ਜਾਂ ਲਰਨਿੰਗ ਡਿਸਆਰਡਰ ਹੈਗਾ, ਤਾਂ ਉਹਦੇ ਲਈ ਤੁਸੀਂ ਕੁਆਲੀਫਾਈਡ ਡਾਕਟਰ ਦੀ ਰਾਏ ਲਓ ਔਰ ਉਸ ਬੱਚੇ ਦਾ ਟ੍ਰੀਟਮੈਂਟ ਕਰਾਓ। ਨਾ ਕਿ ਇਹ ਕਹਿ ਦਿਓ ਕਿ ਬਈ ਇਹ ਬੱਚੇ ਨੂੰ ਜੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਜੀ, ਇਹ ਥੋੜਾ ਪਿੱਛੇ ਰਹਿ ਗਿਆ ਜੀ, ਇਹ ਕੁੱਟ-ਕੁਟਾਪੇ ਨਾਲ ਠੀਕ ਹੋ ਜਾਏਗਾ। ਇਸ ਤਰ੍ਹਾਂ ਡਿਵੈਲਪਮੈਂਟ ਬੱਚੇ ਦੀ ਫਾਲਟੀ ਹੋਏਗੀ, ਠੀਕ ਨਹੀਂ ਹੋਏਗੀ, ਜਿਹਦਾ ਖਮਿਆਜ਼ਾ ਹੋ ਸਕਦਾ ਸਾਨੂੰ ਆਉਣ ਵਾਲੇ ਸਾਲਾਂ ਦੇ ਅੰਦਰ ਭੁਗतना पड़े। धन्यवाद हमारे साथ बात करने के लिए। ये थे डॉक्टर हरजोत सिंह मक्कड़, जिन्होंने स्पष्ट कहा है कि बच्चे की अगर पिटाई करते हैं या उसके सामने आप झगड़ा करते हैं तो उसके दिमाग पर ये असर सालों साल रहता है, जिससे उनका मानसिक व शारीरिक विकास रुक सकता है। हो सकता है कि वे आगे चलकर किसी क्रिमिनल माइंड के भी बन जाएं या आपके लिए मुसीबत खड़ी कर दें। इसलिए बच्चों के साथ आपको दोस्ताना रवैया अपनाना है, लचीला यानी कि रवैया अपनाना है, और ध्यान रखना है कि वह क्या कर रहे हैं, क्या नहीं कर रहे हैं, और क्वालिटी टाइम उनके साथ स्पेंड करना है। कुछ देशों की ओर से तो बच्चों को मारने पर पूर्ण तौर पर पाबंदी लगाई जा चुकी है। अमृतसर से D4 न्यूज़ के लिए दीपक भंडारी की खास रिपोर्ट।